ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਮੇਰੀਓ ਬੱਚਿਓ, ਮੇਰੀਓ ਧੀਓ, ਮੇਰੇ ਪੁੱਤਰੋ, ਮੇਰੇ ਵੀਰੋ, ਮੇਰੇ ਭਰਾਵੋ, ਮੇਰੀਓ ਭੈਣੋ ਤੇ ਮੇਰੇ ਭਰਾਵੋ, ਮੇਰੀ ਮਾਂ, ਮੇਰੀ ਮਾਂ ਵਰਗੀਓ ਤੇ ਮੇਰੇ ਪਿਓ ਵਰਗਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਸਿੱਖੋ, ਮੈਨੂੰ ਵੀ ਚੰਗਾ ਨਹੀਂ ਲੱਗਦਾ ਮੈਂ ਬਾਰ-ਬਾਰ ਇਹ ਆਖਾਂ ਕਿ ਇਸ ਧਰਤੀ ਤੇ ਕੋਈ ਸਿੱਖ ਨਹੀਂ। ਮੈਂ ਕੋਈ ਸਿੱਖ ਨਹੀਂ ਵੇਖਿਆ, ਮੈਂ ਕਿਸੇ ਸਿੱਖ ਨੂੰ ਨਹੀਂ ਜਾਣਦਾ। ਹੋਣਗੇ ਲੱਖਾਂ, ਹਜ਼ਾਰਾਂ, ਕਰੋੜਾਂ ਹੋਣਗੇ, ਮੈਂ ਨਹੀਂ ਕੋਈ ਵੇਖਿਆ ਅਜੇ ਤੱਕ। ਕਈ ਵਾਰੀ ਮਨ 'ਚ ਆਉਂਦਾ ਯਾਰ, ਤੂੰ ਇੰਝ ਹੀ ਆਖ ਛੜਿਆ ਕਰ, ਕੋਈ ਵਿਰਲਾ ਹੈ। ਪਰ ਫਿਰ ਮੈਂ ਆਨਾ ਵੀ ਹਰ ਇੱਕ ਨੇ ਇਹ ਆਪਣੇ ਮਨ 'ਚ ਦ੍ਰਿੜ ਇਰਾਦਾ ਕਰ ਲੈਣਾ ਵੀ ਉਹ ਜਿਹੜਾ ਵਿਰਲਾ ਹੈ ਨਾ ਉਹ ਮੈਂ ਹੀ ਹਾਂ। ਔਰ ਸਭ ਤੋਂ ਪਹਿਲਾਂ ਮੈਂ ਹੀ ਆਪਣੇ ਮਨ 'ਚ ਇਹ ਸੋਚ ਲੈਣਾ ਵੀ ਉਹ ਜਿਹੜਾ ਵਿਰਲਾ ਹੈ ਨਾ ਉਹ ਮੈਂ ਹੀ ਹਾਂ। ਸੰਤੋ, ਤੁਸੀਂ ਸੰਤੋ, ਭੇਖ ਸੰਤ ਨਹੀਂ ਹੁੰਦਾ। ਔਰ ਭੇਖ ਦੇ ਪਰਥਾਏ ਪੂਰੀ ਗੁਰਬਾਣੀ ਵਿੱਚ 200 ਸ਼ਬਦ ਨੇ। ਕਦੀ ਉਹਨਾਂ ਦੀ ਕਥਾ ਕਰਕੇ ਵੇਖੋ, ਉਹਨਾਂ ਨੂੰ ਪੜ੍ਹ ਕੇ ਉਹਨਾਂ ਨੂੰ ਵਿਚਾਰ ਕੇ ਵੇਖੋ ਵੀ ਗੁਰੂ ਕੀ ਆਂਦੇ, ਗੁਰੂ ਕੀ ਆਂਦਾ। ਅਗਲੀ ਗੱਲ, ਮੈਂ ਅੱਜ ਤੱਕ ਗੁਰਬਾਣੀ ਦੇ ਮੁਤਲਕ 14 ਕਥਾ ਕੀਤੀਆਂ ਨੇ, ਸਾਰੀਆਂ ਹੀ ਅਧੂਰੀਆਂ ਨੇ। ਤੇ ਹੁਣ ਇੱਕ ਇੱਕ ਕਥਾ ਨੂੰ ਮੈਂ ਥੋੜ੍ਹਾ ਬਹੁਤਾ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗਾ। ਉਹਨਾਂ 14 ਹੀ ਕਥਾ ਨੂੰ ਲੈ ਕੇ ਪੂਰੀ ਨਹੀਂ ਹੁੰਦੀ, ਫਿਰ ਵੀ ਇਹ ਗੁਰਬਾਣੀ ਹੈ। ਇਹ ਗੁਰਬਾਣੀ ਦੀ ਕਥਾ ਕਦੀ ਵੀ ਪੂਰੀ ਨਹੀਂ ਹੋ ਸਕਦੀ। ਸਾਡੇ ਕੋਲ ਕੋਈ ਨਹੀਂ ਜੰਮਿਆ ਪੂਰੀ ਕਰਨ ਵਾਲਾ। ਪਹਿਲੀ ਕਥਾ ਜਿਹੜੀ ਮੈਂ ਮੂਲ ਮੰਤਰ ਦੀ ਕੀਤੀ ਸੀ, ਮੰਗਲਾਚਰਨ ਵੀ ਆਖਿਆ ਜਾਂਦਾ ਹੈ, ਉਹਦੇ ਵਿੱਚੋਂ ਲੱਖਾਂ ਨਹੀਂ ਕਰੋੜਾਂ ਕਥਾ ਨਿਕਲਦੀਆਂ ਨੇ। ਪਰ ਪਤਾ ਨਹੀਂ ਕਿਉਂ ਇਹਨਾਂ ਮੇਰੇ ਵੀਰਾਂ ਕਥਾਵਾਚਕਾਂ ਨੂੰ ਇਹ ਕਿੱਥੋਂ ਇਹ ਸੇਧ ਮਿਲਦੀ ਏ ਕਿ ਗੁਰਬਾਣੀ ਨੂੰ ਛੱਡ ਕੇ ਹੋਰਾਂ ਦੀਆਂ ਗੱਲਾਂ ਕਰਨੀਆਂ। ਕੱਲੇ ਜਪਜੀ ਸਾਹਿਬ ਵਿੱਚੋਂ ਕਰੋੜਾਂ ਕਥਾ ਨਿਕਲਦੀਆਂ ਨੇ, ਕਰੋੜਾਂ। ਇਹ ਗੁਰੂ ਵੀ ਏ, ਉਹ ਅਕਾਲ ਪੁਰਖ ਆਪ ਗੁਰੂ ਏ। ਗੁਰੂ ਗ੍ਰੰਥ ਸਾਹਿਬ ਆਪ ਗੁਰੂ ਏ।
ਤੇ ਕਿਉਂ ਇਸ ਗੁਰੂ ਨੂੰ ਛੱਡ ਕੇ ਅਸੀਂ ਹੋਰਾਂ ਦੀਆਂ ਕਥਾ ਕਰਨੇ ਆ? ਕਿਉਂ? ਸਾਡਾ ਗੁਰੂ ਇੱਕ ਪਿੱਤਲ ਦੇ ਭਾਂਡੇ ਵਰਗਾ। ਵੀ ਇਹਦੇ ਵਿੱਚ ਜਿਹੜੀ ਚੀਜ਼ ਅਸੀਂ ਬਣਾ ਦਿਆਂਗੇ ਉਹਦੇ ਵਿੱਚ ਕਸ ਘੁਲ ਜਾਏਗੀ, ਪਿੱਤਲ ਦੀ ਕਸ। ਇਹਨੂੰ ਪਹਿਲਾਂ ਕਲੀ ਕਰ ਲਈਏ। ਕਲੀ ਕਰਨ ਦਾ ਸਮਝਿਆ ਜੀ ਵੀ ਅਸੀਂ ਆਪਣੇ ਗੁਰੂ ਦੇ ਸ਼ਬਦਾਂ ਦੇ ਉੱਤੇ ਕਿਸੇ ਦੇ ਸ਼ਬਦ ਚੜਾਉਂਦੇ ਹਾਂ, ਯਾਨੀ ਕਿ ਉਹਦੀ ਕਲੀ ਕਰ ਰਹੇ ਹਾਂ? ਨਹੀਂ ਕਰਦੇ। ਕਿਉਂ? ਗੁਰੂ ਗ੍ਰੰਥ ਦੀ ਬਾਣੀ ਤੇ ਬਿੰਦੀ ਟਿੱਪੀ ਤੇ ਵੀ ਕੋਈ किंतु परंतु नहीं करने वाला जम्या अज तक, हो ही नहीं सकता, लगा मात्रा ते भी नहीं हो सकता। पर जिन्हां दी कथा आपां करने आ ना, जिन्हां नूं विच लिया के जोड़ देने आ, उन्हां दी हर गल ते किंतु परंतु हो सकता। कदी असी भाई संतोख सिंह नूं लै टुरने आ, कदी किसी होर नूं लै फड़ने आ। असी ठीक है, उन्हें इतिहास भी लिखिया है, उन्हें चंगियां गल्लां भी कीतियां ने, मैं मनना इस चीज़ नूं। पर मैनू तो इंज ही लगता है जिवें चंगियां गल्लां करके, चंगा बन के, चंगा विखा के, वो इहदे बराबर है कि जिवें कोई किसी अपने मालक नूं पक्षी झलदा पिया होवे या पक्खा झलदा पिया होवे ते एक देर विच पूरे दिन 24 घंटिਆਂ 'ਚ एक अद्धी वार ਉਹਦੇ नक ਦੇ ਉੱਤੇ पक्षी मार दे या डंडा मार दे भी ਉਹ मैं तो मक्खी डाल लगा। ये ਇਹਦੇ बराबर है। मैं सब कथावाचकों का बहुत सत्कार करना, बहुत सत्कार करना। दरबार साहब के कथावाचक बहुत चढ़ती कला में कथा करते हैं। मैं उन्होंने बहुत बड़ा ही यानी कि मेरे मन सत्कार है उन्होंने। पर वो एक दिन कथा कर रहे सन भी दया बारे, ते हवाला किहदा दे रहे सन? इहदा ही अपना मैं नाम भुल गया जिहदा हुण मैं नाम लिया सी, भाई जगतार सिंह। एक तो पतले जे ना, एक जगतार सिंह बावा जरा अच्छे शरीर दे, वो कथा करते पे सन भाई संतोख सिंह का हवाला दे के भी उन्हें लिखा भी कोई दुशाला लैके आया गुरु साहब को। उन्हें आख्या इत्थे एक कुत्ती सूई है तो अद्धा उन्हें थले बिछा दो तो अद्धा वो उत्ते दे दो। कि जिथे गुरु साहब बैठे सन उत्थे कोल ही कुत्ती सूई सी। उठता ना क्वेश्चन। और उस तो अगली गल, पूरी गुरबाणी साइंटिफिक है, साइंस भी किंतु परंतु नहीं कर सके अज तक। और चेता रहे, बिना सर्प जाति तो कोई भी पशु अपने उत्ते कपड़ा बर्दाश्त नहीं करता। मझ के उत्ते कपड़ा रख के वेखो, गां के उत्ते कपड़ा रख के वेखो,
ਉਹ ਜਿੰਨਾ ਚਿਰ ਉਹਨਾਂ ਸਰੀਰ ਤੋਂ ਕੱਪੜਾ ਡਿੱਗ ਨਾ ਪਵੇ ਉਹ ਹਰਕਤ ਕਰਦੇ ਰਹਿੰਦੇ ਨੇ, ਹਿਲਦੇ ਰਹਿੰਦੇ ਨੇ, ਉਹਨੂੰ ਲਾਹਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ। ਕੋਈ ਕੁੱਤਾ ਆਪਣੇ ਉੱਤੇ ਕੱਪੜਾ ਬਰਦਾਸ਼ਤ ਨਹੀਂ ਕਰਦਾ, ਉਹ ਕੁਰਨੇ ਦੇ ਵਿੱਚ ਵੀ ਵੜ ਕੇ ਨਹੀਂ ਬਹਿੰਦੇ। ਪਰਾਲੀਆਂ ਦੇ ਕੁੰਨੂਆਂ ਦੇ ਉੱਤੇ ਬੈਠੇ ਹੁੰਦੇ ਨੇ ਦਸੰਬਰ ਜਨਵਰੀ 'ਚ ਵੀ, ਕਦੇ ਨਹੀਂ ਪਰਾਲੀ ਦੇ ਵਿੱਚ ਵੜਦੇ। ਹਾਂ, ਜਦੋਂ ਉਹਨਾਂ ਬੱਚੇ ਦਿੱਤੇ ਹੁੰਦੇ ਨੇ ਉਦੋਂ ਵੀ ਉਹ ਆਪਣੇ ਸਰੀਰ ਨਾਲ ਨਹੀਂ ਲੱਗਣ ਦਿੰਦੇ, ਉਹ ਸਰੀਰ ਤੋਂ ਉੱਚੇ ਰੱਖਦੇ ਨੇ। ਹੁਣ ਇੱਕ ਓਂਕਾਰ, ਇੱਕ ਦੇ ਵਿੱਚੋਂ ਕਿੰਨੀਆਂ ਕੁ ਕਥਾ ਨਿਕਲਦੀਆਂ ਨੇ। ਏਕੇ ਭਾਏ ਦੇ ਪੂਰੀ ਗੁਰਬਾਣੀ ਵਿੱਚ ਹੁਣ ਗਿਣਤੀ ਨਹੀਂ ਮੇਰੇ ਕੋਲ, ਮੇਰਾ ਖਿਆਲ ਹੈ 250-300 ਤੋਂ ਉੱਤੇ ਸ਼ਬਦ ਨੇ। ਉਹਨਾਂ ਸਾਰਿਆਂ ਦੀ ਕਥਾ ਕਰੋ। ਉਹ ਗੁਰੂ ਅਮਰਦਾਸ ਜੀ ਦੀ ਬਾਣੀ ਦਾ ਤੇ ਕੋਈ ਸ਼ਬਦ ਪੂਰਾ ਹੀ ਨਹੀਂ ਹੁੰਦਾ ਜਿਹਦੇ ਵਿੱਚ ਏਕੇ ਭਾਏ ਦਾ ਜ਼ਿਕਰ ਨਹੀਂ ਆਉਂਦਾ। ਏਕੇ ਭਾਏ ਤੋਂ ਤੁਸੀਂ ਸਮਝਦੇ ਹੋ ਨਾ, ਕੇਵਲ ਉਸ ਇੱਕ ਨਾਲ ਪਿਆਰ। ਹੁਣ ਭਗਤ ਤੇ ਭਗਤੀ ਦੇ ਪ੍ਰਥਾਏ ਮੇਰੇ ਖਿਆਲ 200 ਦੇ ਨੇੜੇ ਸ਼ਬਦ ਨੇ। ਉਹ ਗਿਣਤੀ ਮੈਂ ਅਗਲੀ ਕਥਾਵਾਂ 'ਚ ਦੱਸਾਂਗਾ। ਪੂਰੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਾਂਗਾ ਸੰਕਸ਼ਿਪਤ ਰੂਪ ਵਿੱਚ ਵੀ, ਕਿਹਦੇ ਪ੍ਰਥਾਏ ਕਿੰਨੇ ਸ਼ਬਦ ਨੇ ਗੁਰਬਾਣੀ ਵਿੱਚ। ਭਗਤ ਦਾ ਅਰਥ ਕੀ ਹੈ? ਆਂਦੇ ਨਾ ਫਲਾਣੇ ਦਾ ਭਗਤ ਹੈ, ਯਾਨੀ ਕਿ ਉਹ ਮੋਦੀ ਭਗਤ ਹੈ, ਉਹ ਕੇਜਰੀਵਾਲ ਭਗਤ ਹੈ, ਉਹ ਫਲਾਣਾ ਭਗਤ ਹੈ। ਭਗਤ ਦਾ ਅਰਥ ਕੀ ਹੈ? ਕਿਸੇ ਦੇ ਹੋ ਕੇ ਰਹਿ ਜਾਣਾ। ਭਗਤ ਬਣਨ ਵਾਸਤੇ ਕੋਈ ਅਡੰਬਰ ਰਚਨ ਦੀ ਲੋੜ ਨਹੀਂ ਹੁੰਦੀ। ਜਿਵੇਂ ਕਿ ਮੰਗਲਾਚਰਨ, ਇਹਦਾ ਅਰਥ ਕੀ ਹੈ? ਆਪਣੇ ਇਸ਼ਟ ਦੀ ਉਸਤਤ ਕਰਨਾ, ਉਹਦੀ ਸ਼ਰਨ ਵਿੱਚ ਪੈਣਾ, ਉਹਦਾ ਓਟ ਆਸਰਾ ਲੈਣਾ। ਤੇ ਸਿਫਤ ਸਲਾਹ ਦੇ ਪ੍ਰਥਾਏ ਪੂਰੀ ਗੁਰਬਾਣੀ 'ਚ 400 ਸ਼ਬਦ ਨੇ, ਇਸ ਤੋਂ ਵੀ ਜ਼ਿਆਦਾ। 400 ਤਾਂ ਮੇਰੇ ਕੋਲ ਨੋਟ ਨੇ। ਕਰੋ ਕਥਾ, ਉਮਰਾਂ ਲੰਘ ਜਾਣਗੀਆਂ, ਜਨਮ ਲੰਘ ਜਾਣਗੇ, ਬਾਰ-ਬਾਰ ਜਨਮ ਲੈਣੇ ਪੈਣਗੇ, ਅਰਬਾਂ ਜਨਮ ਲੈਣੇ ਪੈਣਗੇ, ਸ਼ਾਇਦ ਇਸ ਤੋਂ ਜ਼ਿਆਦਾ ਕਥਾ ਪੂਰੀ ਨਹੀਂ ਹੋਣੀ। ਭਗਤ ਔਰ ਭਗਤੀ ਦੇ ਪ੍ਰਥਾਏ ਕਰੋ ਕਥਾ। ਮੁੱਕਦੀ ਗੁਰਬਾਣੀ ਨਹੀਂ ਮੁੱਕਦੀ। ਫਿਰ ਕਿਉਂ? ਹਾਂ, ਭਾਈ ਗੁਰਦਾਸ ਜੀ ਹਨ ਆਪਣੇ ਕੋਲ। ਹਾਂ, ਇੱਕ ਆਪਣਾ ਉਹ ਗੁਰੂ ਗੋਬਿੰਦ ਸਿੰਘ ਦੇ ਟਾਈਮ ਇੱਕ ਹੋਰ ਵੀ ਕਵੀ ਸਨ, ਭਾਈ ਨੰਦ ਲਾਲ, ਉਹ ਹਨ ਆਪਣੇ ਕੋਲ। ਹੁਣ ਅੱਜ ਪੁਰਖ ਦੇ ਪ੍ਰਥਾਏ ਪੂਰੀ ਗੁਰਬਾਣੀ ਵਿੱਚ ਆਪਣਾ ਮੇਰੇ ਖਿਆਲ 70 ਕੁ ਸ਼ਬਦ ਨੇ ਮੇਰੇ ਕੋਲ। ਹੋਣੀ ਮੈਂ ਵਹਿੰਦਾ ਪਿਆ ਸਾਂ ਗਿਣਤੀ, ਤੇ ਉਹ ਮੈਂ ਥੋੜ੍ਹਾ ਭੁੱਲ ਗਿਆ। ਤੇ ਪੁਰਖ ਦੇ ਪ੍ਰਥਾਏ ਸ਼ਾਇਦ 21-22 ਸ਼ਬਦ, ਇੰਨੇ ਕੁ ਸ਼ਬਦ ਨੇ। ਤੇ ਮਹਾਂਪੁਰਖ ਦੇ ਪ੍ਰਥਾਏ ਵੀ 8-9 ਸ਼ਬਦ ਨੇ। ਕਰੋ ਉਹਨਾਂ ਦੀ ਕਥਾ। ਜਿੰਨੇ ਵੀ ਸ਼ਬਦ ਆਏ ਨੇ ਉਹਦੇ 'ਚ ਪੁਰਖ
ਦੇ ਅਲੱਗ-ਅਲੱਗ ਅਰਥ ਨਿਕਲੇ ਨੇ। ਇਹ ਸਾਰਾ ਮੈਂ ਮੂਲ ਮੰਤਰ ਦੀ ਗੱਲ ਕਰਨਾ ਪਿਆ ਜੀ। ਅੱਜ ਮੈਂ ਸਿਰਫ ਪੁਰਖ ਜਿਹਦੇ ਵਿੱਚ ਉਸ ਮਾਲਕ ਦਾ ਐਡਰੈਸ ਹੈ, ਸਿਰਫ ਅੱਜ ਉਹਦੇ 'ਤੇ ਕਥਾ ਕਰਨੀ ਹੈ ਵੀ ਉਹਦੇ ਐਡਰੈਸ ਇੰਨੇ ਨੇੜੇ ਦਾ ਐਡਰੈਸ ਹੈ ਕਿ ਇੰਨੇ ਨੇੜੇ ਕੋਈ ਹੈ ਹੀ ਨਹੀਂ। ਪਰ ਕੀ ਕਰੀਏ, ਸਾਨੂੰ ਅੱਜ ਤੱਕ ਇਹੀ ਦੱਸਿਆ ਗਿਆ ਹਾਥ ਪੇ ਨੇੜੇ। ਮੈਂ ਤਾਂ ਅੱਜ ਤੱਕ ਇਹੀ ਸੁਣਦਾ ਰਿਹਾ, ਹਾਥ ਪੇ ਨੇੜੇ। ਚਲੋ ਹੁਣ ਨਵੇਂ ਕਥਾਵਾਚਕ ਸੋਹਣੀ ਕਥਾ ਕਰਦੇ ਨੇ, ਉਹ ਦੱਸਦੇ ਨੇ, ਅਗਮ ਅਗੋਚਰ ਅਲਖ ਪਾਰਾ ਚਿੰਤਾ ਕਰੋ ਹਮਾਰੀ, ਜਲ ਥਲ ਮਈਲ ਭਰਪੂਰ ਲੀਣਾ ਘਟ ਘਟ ਜੋਤ ਤੁਮਹਾਰੀ। ਇਹਦੇ ਤੋਂ ਲੋੜ ਤੇ ਸਿੱਖਣ ਦੀ ਹੈ, ਇਹ ਸਿੱਖਣ ਦੀ ਲੋੜ ਹੈ। ਕੀ ਸਿੱਖਣ ਦੀ ਲੋੜ ਹੈ? ਜੋ ਇੰਨਾ ਹੀ ਨੇੜੇ ਵੇ, ਮੈਂ ਤਾਂ ਖੇਵੀ ਆਉਂਦਾ ਹੁੰਦਾ ਯਾਰ, ਜਿੰਨਾ ਅਸੀਂ ਰੌਲਾ ਪਾ ਕੇ ਤੇ ਉਹਨੂੰ ਅਸੀਂ ਬਾਜਾਂ ਮਾਰਨੇ ਹਾਂ, ਇਹਨੇ ਦੂਰ ਦਾ ਤਾਂ ਉਹਦਾ ਐਡਰੈਸ ਹੀ ਹੈ ਨਹੀਂ। ਫਿਰ ਇੰਨੀ ਨੋਇਸ ਪੋਲਿਊਸ਼ਨ ਕਿਉਂ? ਇੰਨਾ ਰੌਲਾ ਰੱਪਾ ਕਿਉਂ? ਇੰਨੀ ਸਖਤ ਸ਼ਬਦ ਵਰਤਣ ਲੱਗਾ ਮੈਂ, ਬਾਂ ਕਿਉਂ ਕਰ ਰਹੇ ਹਾਂ ਅਸੀਂ? ਇਹਦੇ ਪ੍ਰਥਾਏ ਅਗਲੀ ਕਥਾ ਇੱਕ ਹੋਰ ਮੈਨੂੰ ਕਰਨੀ ਪੈਣੀ, ਮੈਂ ਉਹ ਵੀ ਕਰਾਂਗਾ। ਜਿਹੜਾ ਇੰਨਾ ਰੌਲਾ ਪਾਉਂਦੇ, ਇੰਨੇ ਲੋਕਾਂ ਨੂੰ ਡਿਸਟਰਬ ਕਰਨੇ ਆ, ਬੱਚਿਆਂ ਨੂੰ ਪੜ੍ਹਨ ਲੱਗਿਆਂ ਡਿਸਟਰਬ ਕਰਨੇ ਆ, ਅਸੀਂ ਬਜ਼ੁਰਗਾਂ ਨੂੰ, ਬਿਮਾਰਾਂ ਨੂੰ। ਸਵੇਰੇ ਜੇ ਨਿਤਨੇਮ ਕਰਨਾ ਹੁੰਦਾ ਹੈ ਤੇ ਉਹ ਭੁੱਲਦਾ। ਧੱਕੇ ਨਾਲ ਵੀ ਕਦੀ ਕਿਸੇ ਗਿਆਨ ਲਿਆ? ਗੁਰਸਿੱਖੋ, ਛੀ ਕਿਤਿਆਂ ਪਾਣੀ ਕੋਈ ਨਹੀਂ ਪੈਂਦਾ। ਛੀ ਡੰਗਰਾਂ ਨੂੰ ਨਾ ਛੀ ਕਰੀ ਦੀ ਹੁੰਦੀ ਸੀ ਵੀ ਪਾਣੀ ਪੀ ਲੈਣ, ਛੀ ਕਰੀਦਾ ਸੀ ਨਾ। ਜਿਨ੍ਹਾਂ ਨਹੀਂ ਸੀ ਤਰੇ ਹੁੰਦੀ ਉਹ ਪਿਛਾਂ ਟੁਰ ਜਾਂਦੇ, ਤਿੱਕੇ 'ਚ ਬੱਚੇ ਲਿਜਾਈਦਾ ਸੀ ਪਾਣੀ ਦੇ ਹਲ, ਖਾਲੇ 'ਤੇ ਲਿਜਾਈਦਾ ਸੀ, ਨਹਿਰ 'ਤੇ ਲਿਜਾਈਦਾ ਸੀ, ਉਹ ਨਹੀਂ ਸਨ ਪਾਣੀ ਵੱਲ ਜਾਂਦੀਆਂ। ਪਰ ਜਦੋਂ ਜਿਹਨੂੰ ਤਰੇ ਲੱਗੀ ਹੁੰਦੀ ਹੈ ਨਾ, ਉਹ ਸੰਗਲ ਤੜਾ ਕੇ ਤੇ ਕਿੱਲਾ ਪਟਾ ਕੇ ਵੀ ਪਾਣੀ ਪੀਂਦੀਆਂ ਨੇ ਮੱਝਾਂ। ਉਹ ਡੰਗਰ ਕਿੱਲਾ ਪਟਾ ਕੇ ਵੀ ਪਾਣੀ ਪੀ ਜਾਂਦੇ ਨੇ। ਜੇ ਉਹਨਾਂ ਨੂੰ ਬਹੁਤੀ ਤਰੇ ਲੱਗੀ ਹੋਵੇ, ਡਾਂਝ ਲੱਗੀ ਹੋਵੇ, ਕੋਈ ਪਾਣੀ ਨਾ ਪਿਆਏ ਤਾਂ ਉਹ ਕਿੱਲਾ ਵੀ ਪਟਾ ਜਾਂਦੀਆਂ ਸਨ। ਜਿਹਨੂੰ ਤਰੇ ਹੁੰਦੀ ਹੈ ਨਾ, ਜਿਹਦੀ ਇੱਛਾ ਹੁੰਦੀ ਹੈ, ਜਿਹਨੂੰ ਜਿਗਿਆਸਾ ਹੁੰਦੀ ਹੈ। ਅਸੀਂ ਜਿਗਿਆਸਾ ਦੇ ਵੀ ਅਰਥ ਹੋਰ ਕਰਦੇ। ਜਿਗਿਆਸਾ ਮਤਲਬ ਆਸ਼ਾ, ਉਹਦੇ ਅੰਦਰ ਜਿਗਿਆਸਾ ਜਾਗੇ ਵੀ ਮੈਂ ਇੱਧਰ ਲੱਗਣਾ। ਉਹ ਕਾਰਨ ਬਣਾਉਂਦਾ, ਉਹ ਪਰਮਾਤਮਾ ਆਪ ਬਣਾਉਂਦਾ ਕਾਰਨ, ਕਿਉਂਕਿ ਕਰਤਾ ਵੀ ਆਪ ਹੈ ਅਤੇ ਕਾਰਨ ਵੀ ਉਹ ਆਪ ਹੀ। ਹੁਣ ਮੈਂ ਤੁਹਾਨੂੰ ਗਿਣਤੀ ਦੱਸਣ ਲੱਗਾ ਵੀ ਕਰਨ ਕਰਾਉਣ ਦੇ ਪ੍ਰਥਾਏ 60 ਸ਼ਬਦ ਨੇ ਗੁਰਬਾਣੀ ਵਿੱਚ। ਕਰੋ ਕਥਾ, ਕਰਨ ਕਰਾਵਣ ਆਪੇ ਆਪ। ਅਤੇ ਅਸੀਂ ਤਾਂ ਬੰਦਿਆਂ ਨੂੰ ਹੀ ਲਾਇਸੈਂਸ ਦੇ ਦਿੱਤਾ ਬਈ ਉਹ ਇਸ ਤਰ੍ਹਾਂ ਵਿਜੇ ਲਵਾਉਂਦਾ ਹੈ ਅਤੇ ਉਹ ਬੱਚੇ ਦਿੰਦਾ ਹੈ ਅਤੇ ਉਹ ਮੁੰਡੇ ਦਿੰਦਾ ਹੈ ਅਤੇ ਉਹ ਕੇਸ ਜਿਤਾਉਂਦਾ ਹੈ। ਪਤਾ ਨਹੀਂ ਕੌਣ ਕੀ ਜਿਤਾਉਂਦਾ ਪਿਆ, ਸਾਨੂੰ ਕੀ ਦਵਾਉਂਦਾ ਪਿਆ। ਮੈਂ ਤਾਂ ਮੂਰਖ ਜਾ ਕਦੀ ਕਿਸੇ ਕੋਲ ਗਿਆ ਨਹੀਂ। ਸਾਡੇ ਵੀਜ਼ੇ ਵੀ ਲੱਗਦੇ ਨੇ, ਕੋਈ ਪਖੰਡ ਨਹੀਂ ਕਰੀਦਾ, ਕੋਈ ਜਹਾਜ਼ ਨਹੀਂ ਚੜਾਉਂਦਾ ਕਿਤੇ ਜਾ ਕੇ। ਕੋਈ ਮੈਂ ਆਪਣਾ ਕੀ ਲਾਉਂਦੇ ਨੇ ਆਪਣਾ ਨਿਸ਼ਾਨ ਸਾਹਿਬ ਦਾ ਮੈਂ ਥੜਾ ਨਹੀਂ ਕਦੀ ਧੋਤਾ। ਅੱਜ ਤੱਕ ਸਾਡੇ 'ਤੇ ਲੱਗਦੇ ਨੇ ਵੀਜ਼ੇ।
ਕਰਮ ਕਾਂਡੀਓ ਛੱਡ ਦਿਓ ਕਰਮ ਕਾਂਡ। ਪੂਰੀ ਗੁਰਬਾਣੀ ਕਰਮ ਯੋਗ ਦੀ ਸਿੱਖਿਆ ਆਦਿ ਟੁਰ ਕੇ ਤੈਨੂੰ ਪਾਇਆ। ਖਰ ਛੱਡੋ ਲੰਮੀ ਗੱਲ ਹੋ ਜਾਏਗੀ। ਉਹ ਫਿਰ ਸੀ ਕਦੀ ਕਰਮ ਕਾਂਡ ਦੇ ਪਰਥਾਏ ਵੀ ਕਿੰਨੇ ਸ਼ਬਦ ਨੇ ਭਲਾ। ਚਲੋ ਉਹ ਗਿਣਤੀ ਸਾਰੀ ਫਿਰ ਦੱਸਾਂਗਾ ਮੈਂ। ਅੱਜ ਸਿਰਫ ਆ ਜਿਹੜੀ ਅਸੀਂ ਧਮਨੀ ਪੋਲਿਊਸ਼ਨ ਫੈਲਾਉਂਦੇ ਹਾਂ ਨਾ, ਧਮਨੀ ਪ੍ਰਦੂਸ਼ਣ, ਜਿਹਨੂੰ ਰੌਲਾ ਕਹਿ ਸਕਦੇ ਹਾਂ, ਅਸੀਂ ਰੌਲਾ ਪਾਉਂਦੇ ਹਾਂ ਇੰਨਾ, ਅਤੇ ਨੋਇਸ ਪੋਲਿਊਸ਼ਨ ਫੈਲਾਉਂਦੇ ਹਾਂ, ਉਹਦੇ ਬਾਰੇ ਗੱਲ ਕਰਾਂਗੇ। ਮਾਲਕ ਸੱਚਾ ਮਿਹਰ ਕਰੇ, ਮੇਰੀ ਬਾਂਹ ਫੜ ਕੇ ਆਪਣੀ ਕਥਾ ਆਪ ਕਰਾਏ। ਇਹ ਸ਼ਬਦ ਹੈ ਕਬੀਰ ਸਾਹਿਬ ਦਾ। ਇਹਨੂੰ ਸੋਰੀ ਧਿਆਨ ਨਾਲ ਸੁਣੋ ਜਰਾ, ਕੀ ਕਹਿ ਰਹੇ ਨੇ ਕਬੀਰ ਸਾਹਿਬ। ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੇ, ਸਾਈਂ ਨੇ ਬਹਿਰਾ ਹੋਏ। ਹੁਣ ਇੱਥੇ ਨੈ ਨੂੰ ਨੈ ਹੀ ਪੜ੍ਹਨਾ, ਨਾ ਨਹੀਂ ਪੜ੍ਹਨਾ। ਆਮ ਤੌਰ 'ਤੇ ਵੇਖਿਆ ਗਿਆ ਤੈ ਨੂੰ ਤਾ ਪੜ੍ਹਿਆ ਜਾਂਦਾ ਹੈ ਅਤੇ ਨੈ ਨੂੰ ਨਾ ਪੜ੍ਹਿਆ ਜਾਂਦਾ ਹੈ। ਹੁਣ ਥੋੜ੍ਹੀ ਜਿਹੀ ਗੱਲ ਮੈਂ ਇੱਥੇ ਵੀ ਕਰ ਲਵਾਂ। ਬੜੇ ਸਾਲ ਪਹਿਲਾਂ ਮੈਂ ਇੱਕ ਕਥਾ ਬਣਾਈ ਸੀ, ਆਓ ਖੇਡੀਏ ਬਿੰਦੀਆਂ ਬਿੰਦੀਆਂ ਬਿੰਦੀਆਂ। ਚੰਗੀ ਨਹੀਂ ਤਰਦੀ, ਮੈਂ ਆਪੇ ਦੇ ਖਿਲਾਫ। ਫਿਰ ਉਦੋਂ ਮੈਂ ਵੀ ਐਵੇਂ ਦਾ ਮੂਰਖ ਜਿਹਾ ਸੀ। ਅਸੀਂ ਕੀ ਸ਼ੁਰੂ ਕਰ ਦਿੱਤਾ। ਉਹ ਨਰਸਰੀ ਕਲਾਸ ਦਾ ਬੱਚਾ ਹੈ, ਉਹ UKG ਦਾ ਬੱਚਾ ਹੈ, ਜਿੱਥੇ ਲਗਾ ਮਾਤਰਾ ਸਿਖਾਈਆਂ ਜਾਂਦੀਆਂ ਨੇ। ਪਰਮਾਤਮਾ ਅਸੀਂ ਉਹਦੇ ਨੁਕਸ ਕੱਢਣ ਲੱਗ ਪਏ। ਨਾ ਟੁਰੋ ਇੱਧਰ ਨੂੰ। ਮੈਂ ਇਹ ਵੀ ਕਥਾ ਕੀਤੀ ਸੀ, ਹੁਣ ਟੁਰ ਜੂ ਪਏ ਹੋ, ਵੇਖੋ ਹੁਣ ਕਿੱਥੋਂ ਤੱਕ ਜਾਂਦੇ ਹੋ। ਟੁਰ ਜੂ ਪਏ ਹੁਣ ਵੇਖੋ ਕਿੱਥੋਂ ਤੱਕ ਅੱਪੜਦੇ ਹੋ। ਮੇਰਾ ਮਤਲਬ ਇਹ ਸੀ, ਉਹਦੇ 'ਚ ਉਹ ਵੀ ਕਥਾ ਅਲੱਗ ਸੀ, ਉਹ ਵੀ ਉਦੋਂ ਹੀ ਬਣਾਈ ਸੀ, ਬੜੀ ਪੁਰਾਣੀ। ਮੈਨੂੰ ਕੋਈ ਪਲੇਟਫਾਰਮ ਨਹੀਂ ਮਿਲਿਆ, ਨਾ ਹੀ ਮੈਂ ਕਿਰੇ ਜਾਣਾ ਹੁੰਨਾ। ਅਕਾਲ ਪੁਰਖ ਦੀ ਬਾਣੀ ਹੋਵੇ, ਕੀ ਇਹਦੀ ਬਾਣੀ ਸ਼ਿੰਗਾਰੀ ਕਿਉਂ ਬਈ? ਉਹ ਹਾਥੀ ਸੰਡੂਰਿਆ, ਹਾਥੀ ਨੂੰ ਸੰਡੂਰਦੇ ਹੁੰਦੇ ਨੇ ਜਦੋਂ ਮੰਗਣ ਜਾਂਦੇ ਨੇ। ਹਾਥੀ ਉਹ ਗੁਰਬਾਣੀ ਹਾਥੀ ਹੈ। ਗੁਰਬਾਣੀ ਵਹੁਟੀ ਹੈ ਜਿਹਨੂੰ ਤੁਸੀਂ ਸ਼ਿੰਗਾਰੋਗੇ ਵੀ ਇਹਨੂੰ ਉੱਥੇ ਲੈ ਜਾਓ, ਓਕੇ, ਜਿੱਥੇ ਕੁੜੀਆਂ ਤਿਆਰ ਹੋ ਕੇ ਹੁੰਦੀਆਂ ਨੇ। ਉਹ ਕੀ ਆਉਂਦੇ ਨੇ, ਚਲੋ ਤੁਹਾਨੂੰ ਪਤਾ ਹੀ। ਮੁੱਲਾ ਮਨਾਰੇ ਕਿਆ ਚੜ੍ਹੇ, ਸਾਈਂ ਨੇ ਬਹਿਰਾ ਹੋਏ। ਜਾ ਕਾਰਨ ਤੂੰ ਬਾਂਗ ਦੇ, ਦਿਲ ਹੀ ਭੀਤਰ ਜੋਏ। ਬਾਣੀ ਆਪਣੀ ਵਿਆਖਿਆ ਆਪ ਕਰਦੀ, ਤੇ ਕਸਰ ਜਿਹੜੀ ਸੀ ਉਹ ਵਿਆਖਿਆਕਾਰਾਂ ਕੱਢ ਦਿੱਤੀ। ਹੁਣ ਆਪਣੀਆਂ ਆਪਣੀਆਂ ਵਿਆਖਿਆ ਨਾ ਬਣਾਓ ਆਪਣੇ ਅਨੁਸਾਰ, ਜਿਹਨੂੰ ਜਿਵੇਂ ਦੀ ਮਾਫ ਕਿ ਉਵੇਂ ਦੀ ਬਣਾ ਕੇ ਧਰ ਦਿੰਦਾ। ਕਿਉਂ ਕਿਉਂ ਕਰਨੇ ਅਸੀਂ ਇਹ ਸਭ? ਹੁਣ ਅਰਥ ਬੜੇ ਸਪਸ਼ਟ ਨੇ ਵੀ ਮੁੱਲਾ ਤੂੰ ਮਨਾਰੇ 'ਤੇ ਚੜ੍ਹ। ਮੁੱਲਾ ਸਵੇਰੇ ਸਵੇਰੇ ਨਾ, ਜਿਵੇਂ ਪਹਿਲਾਂ ਗੁਰਦੁਆਰਿਆਂ ਸੰਖ ਪੂਰੇ ਜਾਂਦੇ ਹੁੰਦੇ ਸਨ, ਜਦੋਂ ਗੁਰਬਾਣੀ ਦਾ ਟਾਈਮ ਹੁੰਦਾ ਸੀ ਨਾ, ਸ਼ਾਮ ਨੂੰ ਰਹਿਰਾਸ ਦਾ ਜਾਂ ਸਵੇਰੇ ਨਿਤਨੇਮ ਦਾ, ਅਤੇ ਸਾਡੇ ਭਾਈ ਵੀ ਉੱਤੇ ਚੜ੍ਹ ਕੇ ਨਾ ਚੁਬਾਰੇ ਦੇ ਜਾਂ ਜ਼ੋਰ ਦੀ ਬਾਹਰ ਨਿਕਲ ਕੇ ਤੇ ਸੰਖ ਵਜਾਉਂਦੇ ਹੁੰਦੇ ਸਨ। ਚਲੋ ਹਟ ਗਏ ਹੁਣ, ਸਿਆਣੇ ਹੋ ਗਏ, ਲੱਗੇ ਨਾਲ ਕੋਈ ਥੋੜ੍ਹਾ ਜਿਹਾ, ਚਲੋ ਸੂ ਜਾਊਗੀ।
हुण कथावाचक बड़े सूझवान हो गए ने, बड़े सियाने हो गए। भी की तू चढ़न जिया चबारे ते आम झटकी भाशा विच भी क्यों चढ़न दिया है, की लोड़ चबारे ते उत्ते चढ़न दी, मनारे ते उतली टीसी ते। साईं बड़ा पुराना शब्द है, साडे एरिए ते आम बोलिया जाता हुंदा सी। औरत नूं भी आख दिता जाता सी भी आप एदा फलाना साईं है, ठीक है ना। मालक पैली दे मालक नूं भी आख दिता है भी ये साइयां दी पैली है, नखसमी नहीं। खैर छड्डो, अज ये शब्द पंजाबी दे अलोप हो गए हैं। पता नहीं किन्ने, एक दिन मैं नोट करन लगा भी किन्ने कुछ शब्द पंजाबी दे असां लोप कर दिते ने। हुणे हुणे शब्द मेरे सामने कई लोप हो गए। वो जदों भाषा की गल करांगे, चलो माड़ी जी तो अज मैं कर ही दिया, फिर मैं तो कलम ही धर दी, मैं मना छड्ड, हुण तो ये ही लिखना पएगा असीं बोलने किन्ने आ। हद हो गई। वो हुणे 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 शब्द लोप होए, हुणे हुणे भी जिमें मैं आखा भी अजे कल तो बोले जाते हैं, अज लोप हो गए, यानी कि वेंदिया वेंदिया किहड़े लोक की आने लोग, कुछ नूं असीं कहने कुछ। वो सकता शब्द खत्म हो गया, सकदा भी मैं नहीं ये काम कर सकता। जिन्ने भी आ न्यूज़ चैनलों वाले ने, मतलब जो भी कथावाचक उन्होंने पाना आते ने, सकना शब्द खत्म हो गया जी। लम्मे नू लंबा, निब्बू नू निंबू। सब तो खतरनाक वो लोग ने जेड़े पंजाबी भी हिंदी च बोलते हैं। भाषा वास्ते वो लोग सब तो खतरनाक जे, और सब तो ज़्यादा नुकसान पंजाबी का ज्ञानियां किया जे, चेता रख लिया जी। खैर मैं अपने प्रकरण ते आवां। जा कारण तू बांग दे, हुण जिवें उस टाइम बोली सी, बोली जाती सी, उत्थे बिंदी टिप्पियां लाइयां ने। केड़ा उदों विशकार नहीं सी होया, केड़ी उदों मेरा मतलब बाणी दी इन्हां बिंदियां टिप्पियां दी काढ़ नहीं सी निकली भी हुण असीं कड्ढ कड्ढ ठोकण डए आं। कन्ने किरे जिथे मर्जी ठोक दिंदे आं, किरे कुछ ही ला दिंदे आं। नहीं लाने चाहिए। अकाल पुरख की बाणी है, असीं ओहदियां गलतियां कड्ढण लग पए। जदों एक बदलाव हुंदा ना, एक नियम टुटदा, अगे नियमां टुटण दी फिर लाइनां लग जांदियां ने। हुण क्यों फिर कल्पदे हो बई फलाने था ग्रंथ छपन लग पे, उत्थे आ कुछ नवां उन्हां पाता। गुरु साहब ने क्यों पिछे गिनतियां लिखियां ने भी इन्हां मुड़ना नहीं। पदे नंबर लिखे ने, श्लोक नंबर लिखे ने, सारा कुछ लिखिया। क्योंकि मेरे वर्गियां होमे दे मारिया ने एक मैं कोई ना कोई नवा ही करना है। पता नहीं किन्ना कुछ इन्हां रला देना, घोड़ देना सी। हुण कई शब्द बोले जाते हैं, वो असीं अपने कोलों ही कोई ना कोई रला देने। वो कथा जो करते हो जिन्ना मर्जी विच अपना रला लिया करो, अलग तो गुरबाणी के शब्दों च नहीं। कई श्लोक बोले जाते हैं विच अपने कोलों ही वाहगुरू ला देंदे ने विच। अकाल पुरख भुल गया होना ना, दसन लगा भी थां थां इत्थे वाहगुरू लाना जे, इत्थे वाहगुरू लाना जे, जां होर कोई पता नहीं की असीं इत्थे लाई जाने। ते अज मैं उत्थे जावां प्रकरण ते। हुण किस करके संख पूरे जाते सन बई लोग अलर्ट हो जान भी मैं बाणी पढ़न लगा। ते बांग भी इसे करके दित्ती जाती होएगी भी लोग नवाज पढ़ लैन, जां मैं इत्थों स्पीकर ला के सुनान लगा तो सुन लो ध्यान नाल। जां परमात्मा नूं जगाउण वास्ते भी
ਉੱਠ ਪਏ, ਉਹ ਵੀ ਮਤਲਬ ਸੁੱਤਾ ਹੋਵੇ, ਨਾਲੇ ਬਹਿਰਾ ਹੋਵੇ ਨਾ, ਬੋਲਾ ਵੀ ਹੈ ਨਾ, ਤਾਂ ਕਰਕੇ ਇਹ ਤੋਂ ਸਿੱਖਣਾ ਆਪਾਂ ਕੀ? ਸ਼ਬਦ ਦੀ ਵਿਆਖਿਆ ਕਰ ਲਈ ਅੱਗੇ। ਜਾਂ ਕਾਰਨ ਤੋਂ ਬਾਂਗਦੇ ਦਿਲ ਹੀ ਭੀਤਰ ਜੋਏ। ਗੁਰਸਿੱਖੋ ਆਪਣੇ ਦਿਲ 'ਚ ਹੀ ਲੱਭੋ, ਉਹ ਤੁਹਾਡੇ ਅੰਦਰ ਹੀ ਹੈ, ਤੁਹਾਡੇ ਦਿਲ 'ਚ ਹੀ ਹੈ। ਜਿਹੜੀ ਗੱਲ ਤੁਸੀਂ ਸੋਚਦੇ ਵੀ ਹੋ ਨਾ, ਉਹ ਉਹਦੇ ਕਾਰਨ ਹੀ ਸੋਚਦੇ ਹੋ, ਕਿਉਂਕਿ ਜਿਤ ਜਿਤ ਲਾਵੇ ਤਿਤ ਤਿਤ ਲੱਗਣਾ, ਕਰਤਾ ਜਾਣੇ ਕਰਤੇ ਕੀ ਰਚਨਾ। ਇਹਦੇ ਪ੍ਰਥਾਏ ਪੂਰੀ ਗੁਰਬਾਣੀ ਵਿੱਚ ਜਿਤ ਜਿਤ ਲਾਵੇ ਤਿਤ ਤਿਤ ਲੱਗਣੇ ਦੇ ਪ੍ਰਥਾਏ ਆਪਣੀ ਵੇਖੀ ਗਿਣਤੀ ਚਲੋ ਖੈਰ 200-250 ਸ਼ਬਦ ਨੇ ਕਿ ਉਹਦੇ ਤੋਂ, ਉਹਨਾਂ ਸਾਰੇ ਸ਼ਬਦਾਂ ਤੋਂ ਇਹ ਅਹਿਸਾਸ ਨਹੀਂ ਹੁੰਦਾ ਕਿ ਪਰਮਾਤਮਾ ਹੀ ਗੁਰੂ ਹੈ। ਜਿੱਧਰ ਲਾਂਦਾ ਸੀ ਉੱਧਰ ਹੀ ਲਾਉਂਦੇ, ਅਤੇ ਲਾਂਦਾ ਕੌਣ? ਲਾਉਣ ਵਾਲਾ ਗੁਰੂ ਹੀ ਤਾਂ ਹੁੰਦਾ ਨਾ। ਭਾਵੇਂ ਸਾਨੂੰ ਜੇਬਾਂ ਕੱਟਣ 'ਤੇ ਲਾ ਦੇ, ਭਾਵੇਂ ਜਿਹੜਾ ਜੇਬ ਕੱਟਦੇ, ਜਿਹੜਾ ਜੇਬ ਕਤਰਿਆਂ ਦਾ ਜੇਬ ਕੱਟਣ 'ਤੇ ਸਿਖਲਾਈ ਸੁਖਲਾਈ ਦਿੰਦਾ ਹੋਣਾ, ਪਤਾ ਨਹੀਂ ਕਿਵੇਂ ਦਿੰਦਾ ਹੋਣਾ, ਉਹਨਾਂ ਵਾਸਤੇ ਤਾਂ ਗੁਰੂ ਹੀ ਹੁੰਦਾ ਨਾ। ਅਤੇ ਭਾਵੇਂ ਗੁਰੂ ਅਧਿਆਤਮਿਕਤਾ ਵਾਲੇ ਪਾਸੇ ਟੋਰਦੇ, ਉਹ ਹੁੰਦਾ ਗੁਰੂ ਹੀ ਹੈ। ਇਹਨਾਂ ਸ਼ਬਦਾਂ ਨੂੰ ਵਿੱਚ ਜੋੜ ਲਈ ਤਾਂ 1200-1400 ਸ਼ਬਦ ਬਣਦੇ ਨੇ ਪਰਮਾਤਮਾ ਨੂੰ, ਜਿਹੜੇ ਗੁਰਬਾਣੀ ਦੱਸਦੀ ਵੀ ਉਹ ਪਰਮਾਤਮਾ ਆਪ ਹੀ ਗੁਰੂ ਹੈ। ਕਰੋ ਕਥਾ। ਦਿਲ ਹੀ ਭੀਤਰ ਜੋਏ। ਇਹ ਤੋਂ ਸਿੱਖਣ ਦੀ ਲੋੜ ਹੈ ਕਿ ਅਸੀਂ ਇੰਨੀ ਨੋਇਸ ਪੋਲਿਊਸ਼ਨ ਕਿਉਂ ਫੈਲਾਉਂਦੇ ਹਾਂ, ਜਦੋਂ ਉਹ ਸਾਡੇ ਦਿਲ ਦੇ ਵਿੱਚ ਹੀ ਹੈ। ਅੱਛਾ, ਇਹਦੇ ਵਿੱਚ ਇੱਕ ਹੋਰ ਗੱਲ ਸੁਣਨੇ ਨਿਕਲਦੀ ਹੈ ਕਥਾ। ਅਸੀਂ ਅਰਦਾਸਾਂ ਕਰਨੇ ਆ, ਗੁਰੂ ਨੂੰ ਦੱਸਦੇ ਆ ਵੀ ਸਾਨੂੰ ਆਹ ਦੇ, ਸਾਨੂੰ ਆਹ ਚਾਹੀਦਾ ਹੈ। ਬੜੀ ਲੰਮੀ ਲਿਸਟ ਉੱਥੇ ਲੈ ਕੇ ਜਾਂਦੇ ਨੇ ਗੁਰੂ, ਜਦੋਂ ਮੱਥਾ ਟੇਕਣ ਜਾਂਦੇ ਨੇ। ਉਹ ਪਿਛਲਿਆਂ ਨੂੰ ਮੱਥਾ ਵੀ ਟੇਕਣ ਦਾ ਮੌਕਾ ਦਿੰਦੇ, ਮੇਰੇ ਖਿਆਲ 15-15 ਮਿੰਟ ਉਹ ਲਿਸਟ ਪੜ੍ਹਦੇ ਰਹਿੰਦੇ ਨੇ ਅੱਗੇ ਖਲੋ ਕੇ। ਫਿਰ ਤੁਹਾਡੇ ਦਿਲ 'ਚ ਸਭ ਜਾਣਦੇ। ਅਰਦਾਸ ਦੇ ਪ੍ਰਥਾਏ ਮੈਂ ਨੋਟ ਕੀਤੇ ਨੇ, ਕਿੰਨੇ ਸ਼ਬਦ ਨੇ ਗੁਰਬਾਣੀ 'ਚ। ਪ੍ਰਥਾਏ ਦਾ ਮਤਲਬ ਵੀ ਜਿਹੜੇ ਮਨਾ ਕਰਦੇ ਨੇ ਵੀ ਅਰਦਾਸ ਦੀ ਕੋਈ ਲੋੜ ਨਹੀਂ, ਉਹ ਸਭ ਜਾਣਦਾ ਜੇ, ਆਪੇ ਜਾਣੇ ਆਪੇ ਦੇ। ਕਿੰਨੇ ਹੀ ਸ਼ਬਦ ਨੇ। ਕਰੋ ਕਥਾ, ਲੋਕਾਂ ਨੂੰ ਕੋਈ ਅਕਲ ਆਵੇ। ਅਸੀਂ ਤਾਂ ਪੁੱਠੇ ਪਾਸੇ ਲਾਉਣਾ ਹੋਇਆ ਨਾ, ਅਸੀਂ ਤਾਂ ਸਮਝਾਉਣਾ ਹੋਏ ਵੀ ਜਿੰਨੇ ਵੀ ਕਰਮ ਕਾਂਡ ਕਰੋ, ਬਸ ਬੱਲੇ ਬੱਲੇ ਕਰਮ ਯੋਗੀ ਬਣਾਓ ਲੋਕਾਂ ਨੂੰ। ਅਗਲੀ ਗੱਲ, ਅਗਲਾ ਅੱਜ 2 ਸ਼ਬਦ ਲੈਣੇ ਨੇ। ਵੈਸੇ ਬਹੁਤ ਨੋਇਜ਼ ਯਾਨੀ ਕਿ ਪੋਲਿਊਸ਼ਨ ਦੇ ਪ੍ਰਥਾਏ ਪੂਰੀ ਗੁਰਬਾਣੀ ਵਿੱਚ 552 ਸ਼ਬਦ ਨੇ, ਜਿਹੜੇ ਸਿੱਧੇ ਤੌਰ 'ਤੇ ਸਾਨੂੰ ਸੀਧ ਦਿੰਦੇ ਨੇ। ਅਤੇ ਜੇ ਐਡਰੈਸ ਵਾਲੇ ਵਿੱਚ ਜੋੜ ਲਈਏ ਤਾਂ ਸ਼ਾਇਦ ਹੋਰ ਵੀ ਵੱਧ ਜਾਣ। ਸਾਨੂੰ ਸਿੱਧੀ ਇਹ ਸੀਧ ਦਿੰਦੇ ਨੇ ਵੀ ਅਸੀਂ ਇੰਨਾ ਰੌਲਾ ਕਿਉਂ ਪਾਉਂਦੇ ਹਾਂ, ਕਿਉਂ ਅਸੀਂ ਬਿਮਾਰ ਬੰਦੇ ਨੂੰ, ਬਜ਼ੁਰਗ ਨੂੰ, ਕਿਸੇ ਪੜ੍ਹਨ ਵਾਲੇ ਬੱਚੇ ਨੂੰ, ਕਿਸੇ ਨੇ ਸੌਣਾ ਹੈ, ਅਸੀਂ ਕਿਉਂ ਉਹਨਾਂ ਨੂੰ ਡਿਸਟਰਬ ਕਰਨੇ ਹਾਂ। ਹੁਣ ਅਗਲਾ ਸ਼ਬਦ ਵੇਖੋ, ਕਥਾ ਬੜੀ ਲੰਮੀ ਹੋਣ ਲਈ ਹੈ, ਗੱਲ ਬਹੁਤ ਲੰਮੀ ਹੋ ਗਈ ਹੈ, ਇੰਨੀ ਹੋਣੀ ਚਾਹੀਦੀ। ਇਹ ਮਹੱਲੇ ਤੀਜੇ ਦਾ ਸ਼ਬਦ ਹੈ ਜੀ। ਸ਼ਲੋਕ ਮਹੱਲਾ ਤੀਜਾ। ਹੁਣ ਮਹੱਲੇ ਨੂੰ ਮਹਿਲਾ ਪੜ੍ਹਿਆ ਜਾਂਦਾ, ਹੁਣੇ ਹੁਣੇ ਹਾ ਹਾ ਹੈ 'ਚ ਬਦਲ ਗਿਆ। ਮਹੱਲੇ ਦੀ ਵੀ ਕਥਾ ਮੈਂ ਬੜੀਆਂ ਬਣਾਈਆਂ ਨੇ। ਮਹੱਲੇ ਦੇ ਪ੍ਰਥਾਏ ਵੀ ਪੂਰੀ ਗੁਰਬਾਣੀ 'ਚ ਮੇਰੇ ਖਿਆਲ 150-200 ਸ਼ਬਦ ਮੈਂ ਨੋਟ ਕੀਤੇ ਨੇ, ਵੀ ਜਿਹੜੇ ਪ੍ਰੇਰਨਾ ਦਿੰਦੇ ਨੇ ਵੀ ਮਹੱਲਾ ਪੜ੍ਹੋ, ਮਹਿਲਾ ਨਹੀਂ ਬਣਦਾ, ਮਹੱਲਾ ਹੀ ਬਣਦਾ। ਉਹ ਲੱਗ ਤੋਂ ਗੁਰਮੁਖ ਪ੍ਰਭ ਸੇਵੇ ਸਦ ਸਾਚਾ,
ਅਨਦਿਨ ਸਹਿਜ ਪਿਆਰ। ਗੁਰਮੁਖ ਗੁਰੂ ਦਾ ਅਨੁਸਾਰੀ। ਆਮ ਤੌਰ 'ਤੇ ਅਰਥ ਬਹੁਤ ਹੀ ਵਾਰੀ ਇਹ ਹੀ ਕੱਢੇ ਗਏ ਨੇ ਕਿ ਗੁਰੂ ਦੁਆਰਾ। ਚਲੋ ਉਹ ਵੀ ਅਰਥ ਨਿਕਲਦਾ ਕਿਧਰੇ ਕਿਤੇ, ਹਰ ਵਾਰ ਨਹੀਂ ਨਿਕਲਦਾ। ਅਸੀਂ ਹਰ ਵਾਰੀ ਇਹ ਵੀ ਗੁਰੂ ਦੁਆਰਾ ਗੁਰੂ ਦੁਆਰਾ ਗੁਰੂ ਦੁਆਰਾ, ਵੀ ਗੁਰੂ ਦੁਆਰਾ ਆਹ ਕੰਮ ਹੋ ਸਕਦਾ, ਗੁਰੂ ਦੁਆਰਾ ਹੀ ਆਹ ਕੰਮ ਹੋ ਸਕਦਾ। ਅਸੀਂ ਕੁਝ ਸਾਨੂੰ ਅਸੀਂ ਨਾ ਕੁਝ ਵੀ ਕਰੀਏ। ਗੁਰਮੁਖ ਦਾ ਮੇਨ ਅਰਥ ਨਿਕਲਦਾ ਗੁਰੂ ਦਾ ਅਨੁਸਾਰੀ, ਗੁਰੂ ਦੇ ਅਨੁਸਾਰ ਚੱਲਣ ਵਾਲਾ। ਤੇ ਗੁਰਮੁਖ ਦੇ ਪ੍ਰਥਾਏ ਪੂਰੀ ਗੁਰਬਾਣੀ 'ਚ 270 ਸ਼ਬਦ ਨੇ। ਗਿਣਤੀ 270। ਤੇ ਮਨਮੁਖ ਦੇ ਪ੍ਰਥਾਏ ਪੂਰੀ ਗੁਰਬਾਣੀ 210 ਸ਼ਬਦ ਨੇ। ਕਰੋ ਇਹਨਾਂ ਸ਼ਬਦਾਂ ਦੀ ਕਥਾ। ਵੈਸੇ ਏਕੇ ਭਾਏ ਤੇ ਦੂਜੇ ਭਾਏ ਦੇ ਸ਼ਬਦ ਲਗਭਗ ਹਰ ਸਲੋਕ 'ਚ ਏਕੇ ਭਾਏ ਦਾ ਜਿੱਥੇ ਜ਼ਿਕਰ ਆਉਂਦਾ ਨਾਲ ਦੂਜੇ ਭਾਏ ਦਾ ਵੀ ਜ਼ਿਕਰ ਆਉਂਦਾ ਹੈ। ਪਰ ਕਦੀ ਕਦੀ ਏਕੇ ਭਾਏ ਦੇ ਸ਼ਬਦ ਜ਼ਿਆਦਾ ਨੇ ਤੇ ਦੂਜੇ ਭਾਏ ਦੇ ਸ਼ਬਦ ਘੱਟ ਨੇ। ਕਿਸੇ ਕਿਸੇ 'ਚ ਦੋਵਾਂ ਦਾ ਜ਼ਿਕਰ ਨਹੀਂ ਹੁੰਦਾ, ਕੋਈ ਸ਼ਬਦ ਅਲੱਗ ਨੇ, ਤਾਂ ਉਹ ਫਿਰ ਗਿਣਤੀ ਵੱਧ ਜਾਂਦੀ ਹੈ ਨਾ। ਇਸੇ ਤਰ੍ਹਾਂ ਹੀ ਇਹ ਵੀ ਮੈਂ ਅੱਗੇ ਵੀ ਕਹਿ ਹਟਿਆ ਕਿ ਗੁਰੂ ਅਮਰਦਾਸ ਜੀ ਦੀ ਬਾਣੀ ਦਾ ਤੇ ਕੋਈ ਸ਼ਬਦ ਪੂਰਾ ਹੀ ਨਹੀਂ ਹੁੰਦਾ ਜਿਹਦੇ ਵਿੱਚ ਏਕੇ ਭਾਏ ਦਾ ਤੇ ਦੂਜੇ ਭਾਏ ਦਾ ਜ਼ਿਕਰ ਨਹੀਂ ਹੁੰਦਾ। ਉਹਨਾਂ ਇੰਨਾ ਜ਼ੋਰ ਦੇ ਕੇ ਸਮਝਾਇਆ ਹੈ ਕਿਉਂਕਿ ਉਹਨਾਂ ਦਾ ਲਾਈਫ ਐਕਸਪੀਰੀਅੰਸ ਸੀ। ਉਹ ਪਹਿਲਾਂ ਫਿਰ ਹੁਣ ਇਹ ਮੈਂ ਇਤਿਹਾਸ ਵਿੱਚੋਂ ਲੈ ਰਿਹਾ, ਆਪਣੇ ਕੋਲੋਂ ਨਹੀਂ ਆਉਂਦਾ ਪਿਆ। ਜੇ ਉਹ ਅਮਰੂ ਤੋਂ, ਅਮਰੂ ਨਥਾਮੇ ਤੋਂ ਗੁਰੂ ਅਮਰਦਾਸ ਬਣ ਸਕਦੇ ਨੇ, ਜਿੰਨੇ ਵੀ ਸੁਣਨ ਵਾਲੇ ਹੋ ਤੁਸੀਂ ਕਿਉਂ ਨਹੀਂ? ਤੁਸੀਂ ਸਭ ਸੰਤ। ਉਹਨਾਂ ਦਾ ਸਮਝਾਉਣ ਦਾ ਸਿਰਫ ਇੱਕੋ ਹੀ ਮਕਸਦ ਹੈ ਵੀ ਜਿਸ ਰਾਹ 'ਤੇ ਮੈਂ ਚੱਲਿਆ ਸਾਂ ਤੁਸੀਂ ਵੀ ਚੱਲੋ। ਚੱਲ ਕੇ ਵੇਖੋ ਸੀ। ਚਲੋ ਚੇਤਾ ਰਹੇ ਗੁਰਮੁਖ ਦੇ ਪ੍ਰਥਾਏ ਸਭ ਤੋਂ ਪਹਿਲਾ ਸ਼ਬਦ ਜਪਜੀ ਸਾਹਿਬ ਦੇ ਪਹਿਲੇ ਪਦੇ 'ਚ ਆਇਆ, ਪਹਿਲੀ ਪੌੜੀ ਵਿੱਚ ਆਇਆ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਜਿਹੜੇ ਉਸ ਰਜਾ ਦੇ ਮਾਲਕ ਦੇ ਹੁਕਮ ਵਿੱਚ ਚੱਲਦੇ ਨੇ ਉਹੀ ਗੁਰਮੁਖ ਹੁੰਦੇ ਨੇ। ਇਹ ਅਰਥ ਨਹੀਂ ਉਹਦਾ ਬਣਦਾ, ਮੈਂ ਆਪਣੇ ਇਹ ਦੱਸਣ ਲੱਗਾ। ਕਿਵ ਸਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ। ਪਿਛਲੇ ਕਰਮ ਕਾਂਡ ਕਰਨ ਦੀ ਕੋਈ ਲੋੜ ਨਹੀਂ। ਪਿੱਛੇ 4 ਕਰਮ ਕਾਂਡ ਨੇ। ਸੁੱਚੇ ਹੋਣਾ, ਚੁੱਪ ਕਰ ਜਾਣਾ, ਸਾਰੀਆਂ ਇੱਛਾਵਾਂ ਪੂਰੀਆਂ ਕਰ ਲੈਣੀਆਂ। ਇਹ ਪਹਿਲਾਂ ਇਹ ਚੀਜ਼ਾਂ ਸਨ ਵੀ ਸਾਰੀਆਂ ਇੱਛਾ ਪੂਰੀਆਂ ਕਰ ਲਓ, ਜੋ ਗੰਦ ਗੁੰਦ ਘੋਲਣਾ ਘੋਲ ਲਓ, ਫਿਰ ਉਦੋਂ ਬਾਅਦ ਤੁਸੀਂ ਮਤਲਬ ਕਿ ਠੀਕ ਹੋ ਜਾਓਗੇ। ਨਹੀਂ ਹੋਇਆ ਜਾਂਦਾ, ਤ੍ਰਿਸ਼ਨਾ ਹੋਰ ਅੱਗੇ ਟੁੱਟ ਜਾਂਦੀ। ਖੈਰ ਉਹ ਅਲੱਗ। ਗੁਰਮੁਖ ਹੋਇਆ ਹੀ ਸਚਿਆਰ ਉਹਦੇ ਘਰ ਬਣਿਆ ਜਾਂਦਾ। ਗੁਰਮੁਖ ਹੋਣਾ ਹੀ ਪਰਮਾਤਮਾ ਨੂੰ ਸੇਵਣਾ ਹੈ। ਚੇਤਾ ਰਵੇ। ਜੋ ਅਰਥ ਹੈ, ਕਥਾ ਲੰਮੀ ਨਾ ਹੋਵੇ, ਮੈਂ ਪੜ੍ਹ ਕੇ ਸੁਣਾ ਦੇਣਾ ਹੁਣ ਮੇਰੇ ਤੋਂ ਨਾ ਉਵੇਂ, ਯਾਨੀ ਕਿ ਹੁਣ ਅਰਥ ਵੇਖੋ ਕਿ ਸਤਿਗੁਰ ਦੇ ਸਨਮੁਖ ਰਹਿਣ ਵਾਲੇ ਮਨੁੱਖ ਹਰ ਵੇਲੇ ਸਹਿਜ ਅਵਸਥਾ ਵਿੱਚ ਲਿਵ ਜੋੜ ਕੇ
भाव सदा एकाग्र चित रह के सदा सच्चे प्रभु नूं सिमरदे हन। जे इहदा बहुत गहरा भाव अर्थ कढीए तो वो ये बनता है कि गुरमुख होना ही एकाग्र चित होना है, गुरमुख होना ही सदा श्वास श्वास ते श्वास ग्रास उस परमात्मा का सिमरन है। सहज अवस्था भी गुरमुख होना ही है, गुरमुख होना ही सहज अवस्था है, क्योंकि सचार तां ही होया जांदा। सदा आनंद गावे गुण साचे, भी वो मानो कि सदा ही वो आनंद विच वो सच्चे दे गुण गाउंदे हन, सच्चे दी सिफत सलाह करते हैं। गुरमुख होना ही सच्चे दी सिफत सलाह करना है। सो सेवक हुण सेवा सेवा दे परथाए 250-300 शब्द ने, करो कथा उन्हां दी। ते गुरमुख होना ही सिफत सलाह करना है। सो सेवक जो सतगुर सेवे चाले सतगुर पाए, वो परमात्मा के हुक्म में चलना ही वो सेवा करना है। अलग तो वो कोई सेवा नहीं हो सकती। हाँ, सरगुण स्वरूप में परमात्मा आप तुहाडा माँ, तुहाडी प्यो, तुहाडा दादा, तुहाडे बच्चे, तुहाडा परिवार, ये सरगुण स्वरूप परमात्मा का ही सरगुण स्वरूप है। उन्हें ही सेवा करो। क्यों लोगों की जने खने की जाके सेवा करते फिरते हो? तुहाडे घर सरगुण स्वरूप है परमात्मा है, तुहाडी माँ है, उन्होंने तो आपां घरों कढ़िया है। पिछली अवस्था में हर बजुर्ग को एक मॉरल सपोर्ट की लोड़ होंदी है। उन्हां नाल कोई बोले, कोई गल करे, यही उन्हां दी सेवा है। सदा आनंद गावे गुण साचे, अर्ध उर्द उर धार। उस परमात्मा नूं जिथे आपां बैठे हाँ, उत्ते हेठां, यानी कि हर जगह उस परमात्मा नूं वेख्या जाए। परमात्मा इंद्रियां का विषय नहीं, वो वेख्या नहीं जाता, वो सिर्फ महसूस करन दा विषय है। बड़ियां ही चीज़ां तुसीं आखोगे फिर जिहड़ा दिसदा नहीं उहनूं असीं किवें मन्नीए? क्यों भाई, भुख तुहानूं दिसदी है, विखा सकदे हो, फिर क्यों मनदे हो? मैं आना भी मैं तो यार तेनों बड़ा पे याद करदा पिया सा, अगला आखेगा विखा। यार मैनू बड़ा ही प्यार है तेरे नाल, अगला आखेगा विखा। विखाओगे नूं? फिर मैनू बड़ी भुख लगी, वो अगले आखे विखा। विखाओगे? किसी भी खुशबू, किसी भी बदबू, ये चलो इंद्रियां का विषय है ना, ये तो आ जाती है। ये चीज़ां नहीं विखाई जांदियां। तुसीं कहो यार मैनू तो ना बाथरूम बड़ी जोर दिया है, अगला आखेगा विखा, फिर उन करके विखाओगे। महसूस करना, तुसें महसूस करना है ना। बड़ियां चीज़ां ने जिहड़ियां महसूस करन दियां हुंदियां ने, वो वेखण दियां नहीं हुंदियां, फिर क्यों मनदे हो उन्हां नूं? हर जगह परमात्मा नूं वेखना ही ओहदे गुण गाने हैं चितारे, यानी कि गुरमुख होना ही। गुरमुख होना ही श्वास श्वास सिमरना है, गुरमुख होना ही श्वास गिरास सिमरना है, गुरमुख होना ही अजप्पा जाप है। चेता रख लिया जी। अंतर प्रीतम वस्या तुर कर्म लिखिया करतार। तुरों ही उस परमात्मा ने
ਇੱਥੇ ਕਰਮ ਦੇ ਦੋ ਅਰਥ ਹਨ। ਇੱਕ ਤੇ ਕਰਮ ਦਾ ਅਰਥ ਹੁੰਦਾ ਕੰਮ ਕਰਨਾ, ਵੀ ਜਿਹੜੇ ਵੀ ਅਸੀਂ ਕੰਮ ਕਰ ਰਹੇ ਹਾਂ, ਜਿਵੇਂ ਸ਼ੁਰੂ 'ਚ ਆਇਆ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਅੱਛਾ, ਉੱਥੇ ਹੁਣ ਉਹ ਤੋਂ ਕੀ ਸੇਧ ਮਿਲਦੀ ਹੈ? ਵਿਚੋਲਾ ਕੌਣ ਬਣਿਆ? ਤੁਹਾਡੇ ਕੀਤੇ ਕਰਮ ਬਣੇ ਨਾ, ਵੀ ਚੰਗੇ ਕਰਮਾਂ ਕਰਕੇ ਤੁਸੀਂ ਨੇੜੇ ਹੋ ਗਏ ਪਰਮਾਤਮਾ ਦੇ। ਤੁਹਾਨੂੰ ਕਿਹਨੇ ਮਿਲਾਇਆ? ਫਿਰ ਪਰਮਾਤਮਾ ਨੇ। ਇਹਦੇ ਵਿੱਚ ਵੀ ਅੱਗੇ ਆਵੇਗਾ। ਤੇ ਭਾਂਜੀ ਕਿਹਨੇ ਮਾਰੀ? ਤੁਹਾਡੇ ਮਾੜੇ ਕਰਮਾਂ ਨੇ। ਉਹਨਾਂ ਤੋਂ ਦੂਰ ਕਰ ਦਿੱਤਾ ਪਰਮਾਤਮਾ। ਇੱਕ ਵਿਚੋਲਾ ਹੁੰਦਾ ਨਾ ਬਣਾਉਣ ਵਾਲਾ, ਤੇ ਇੱਕ ਭਾਂਜੀ ਮਾਰਨ ਵਾਲੇ ਹੁੰਦੇ ਨੇ। ਦੋਵੇਂ ਕੰਮ ਸਾਡੇ ਕਰਮ ਕਰਦੇ ਨੇ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਇਹ ਤੋਂ ਕੀ ਸੇਧ ਮਿਲਦੀ ਹੈ? ਹੁਣ ਵਿਚੋਲੇ ਦੇ ਪ੍ਰਥਾਏ ਪੂਰੀ ਗੁਰਬਾਣੀ ਵਿੱਚ ਵਿਚੋਲਾ 180 ਸ਼ਬਦ ਨੇ। ਕਰੋ ਕਥਾ। ਇਦੋਂ ਹੀ ਮਾਨਣਾ ਹੁੰਦਾ ਬੜੀ ਵਾਰੀ। ਫਿਰ ਮੈਂ ਆਖਾਂਗਾ ਬਾਰ ਬਾਰ, ਲਾਸਟ 'ਚ ਫਿਰ ਪੁੱਛਾਂਗਾ ਤੁਹਾਨੂੰ, ਕਿਉਂ ਭਾਈ ਤੁਹਾਡਾ ਜੀਵਨ ਐਵੇਂ ਦਾ ਹੈ? ਲਾਓ ਖਾਂ ਕਸੌਟੀ। ਪਹਿਲਾਂ ਮੈਂ ਲਾਵਾਂ, ਕਥਾ ਪੂਰੀ ਕਰਨ ਤੋਂ ਬਾਅਦ ਫਿਰ ਗੱਲ ਇਹ ਅਗਲੀ ਕਰਾਂਗੇ। ਫਿਰ ਅੰਤਰ ਪ੍ਰੀਤਮ ਵਸਿਆ ਤੁਰ ਕਰਮ ਲਿਖਿਆ ਕਰਤਾਰ। ਜਦੋਂ ਇਹ ਅਵਸਥਾ ਹੋ ਜਾਏਗੀ, ਪਰਮਾਤਮਾ ਤੁਹਾਡੇ ਅੰਦਰ ਵਸ ਗਿਆ, ਸਮਝੋ ਵਸਿਆ ਹੈ। ਤੇ ਪਰਮਾਤਮਾ ਨੇ ਇਹ ਬਖਸ਼ਿਸ਼ ਧੁਰੋਂ ਹੀ ਲਿਖ ਦਿੱਤੀ। ਉਸ ਮਾਲਕ ਸੱਚੇ ਨੇ, ਕਰਤਾਰ ਨੇ, ਉਹ ਰਚਨਹਾਰ ਨੇ, ਉਹ ਕਰਨ ਕਰਾਵਣ ਵਾਲੇ ਨੇ, ਕਰਨ ਕਰਾਵਣ ਯੋਗ ਨੇ। ਨਾਨਕ ਆਪ ਮਿਲਾਇਨ ਆਪੇ ਕਿਰਪਾ ਧਾਰ। ਹੁਣ ਆਪ ਹੀ ਵਿਚੋਲਾ ਬਣ ਗਿਆ ਨਾ ਆਪਣਾ। ਉਹਨੇ ਆਪੇ ਹੀ ਮਿਲਾ ਲਿਆ ਸਾਨੂੰ ਆਪਣੇ ਨਾਲ। ਕਿਉਂ? ਸਾਡੇ ਕੋਲ ਕਰਮ ਉਹਨੇ ਚੰਗੇ ਕਰਵਾਤੇ, ਉਹਨੇ ਗੁਰਮੁਖ ਬਣਾ ਦਿੱਤਾ ਸਾਨੂੰ। ਜਦੋਂ ਅਸੀਂ ਗੁਰਮੁਖ ਬਣਾਂਗੇ, ਉਹਦੀ ਕਿਰਪਾ ਆਪੇ ਹੀ ਹੋ ਜਾਏਗੀ। ਕਿੰਨਿਆਂ ਪ੍ਰਸ਼ਨਾਂ ਦਾ ਉੱਤਰ ਮਿਲ ਗਿਆ। ਉਹ ਕਿਹੜਾ ਪ੍ਰਸ਼ਨ ਹੈ ਜਿਹਦਾ ਗੁਰਬਾਣੀ ਸਾਨੂੰ ਜਵਾਬ ਨਹੀਂ ਦਿੰਦੀ? ਐਸਾ ਕੋਈ ਪ੍ਰਸ਼ਨ ਬਣਿਆ ਹੀ ਨਹੀਂ ਜਿਹਦਾ ਗੁਰਬਾਣੀ ਜਵਾਬ ਨਹੀਂ ਦਿੰਦੀ। ਪਤਾ ਨਹੀਂ ਲੋਕਾਂ ਕੋਲ ਕੀ ਕੀ ਪੁੱਛਣ ਜਾਂਦੇ ਆ, ਜਿਹੜੇ ਸਭ ਤੋਂ ਸ਼ਦਾਈ ਨੇ ਉਹਨਾਂ ਨੂੰ ਸਿਆਣੇ ਬਣਾ ਕੇ ਧਰ ਦਿੱਤਾ। ਸਿਆਣੇ ਕੋਲ ਚੱਲੇ ਆ ਜੀ। ਸਭ ਤੋਂ ਸ਼ਦਾਈ ਜਿਓ, ਸਭ ਤੋਂ ਪਾਗਲ ਜਿਓ, ਇਮੋਸ਼ਨਲ ਬਲੈਕਮੇਲਰ ਜਿਓ। ਤੇ ਇਹ ਕਿਰਪਾ ਦੇ ਪ੍ਰਥਾਏ ਪੂਰੀ ਗੁਰਬਾਣੀ 'ਚ 120 ਸ਼ਬਦ ਨੇ। ਕਿਰਪਾ ਦੇ ਪ੍ਰਥਾਏ, ਇਹਦੇ ਵਿੱਚ ਸਾਨੂੰ ਉਸ ਮਾਲਕ ਨੇ ਸਿੱਧ ਇਹ ਸ਼ਬਦ ਸਮਝਾ ਦਿੱਤਾ ਵੀ ਕਿਰਪਾ ਕਿਹਦੇ ਤੇ ਹੁੰਦੀ ਹੈ? ਜਿਨ੍ਹਾਂ ਦਾ ਜੀਵਨ ਐਵੇਂ ਦਾ ਹੁੰਦਾ ਹੈ ਜਿਹੜਾ ਪਿੱਛੇ ਪੜ੍ਹ ਆਏ ਹਾਂ ਆਪਾਂ। ਉਹਨਾਂ ਲਈ ਪਰਮਾਤਮਾ ਆਪ ਵਿਚੋਲਾ ਬਣ ਜਾਂਦਾ। ਆਪ ਨੇ ਮਿਲਾ ਲਿਆ ਨਾ। ਕਿਹੜਾ ਵਿਚੋਲਾ ਪਰਮਾਤਮਾ ਲੱਭਣਾ ਪਿਆ, ਕਿਹੜਾ ਗੁਰੂ ਲੱਭਣਾ ਪਿਆ? ਉਹ ਆਪ ਹੀ ਗੁਰੂ ਹੈ। ਕਿਹੜਾ ਗੁਰੂ ਨੂੰ ਲੱਭਣਾ ਪਿਆ ਭਾਈ? ਵੀ ਮੈਂ ਗੁਰੂ ਲੱਭਾਂ ਪਹਿਲਾਂ ਆਪਣੇ, ਉਹਦੇ ਕੋਲ ਜਿਹਨੂੰ ਮੈਂ ਨਾਲ ਮਿਲਾਣਾ ਉਹਦੇ ਕੋਲ ਘੱਲਾਂ, ਤੇ ਉਹ ਮੇਰੇ ਨਾਲ ਮਿਲਾ ਦੇਗਾ ਉਹ ਜੀ। ਆਪ ਹੀ ਗੁਰੂ ਹੋ ਨਿਬੜਿਆ। ਇਸ ਗੁਰਬਾਣੀ ਦੇ ਰਾਹੀਂ ਉਹਨੇ ਆਪ ਹੀ ਸਾਨੂੰ ਸਮਝਾ ਦਿੱਤਾ ਵੀ ਅਸਲ ਗੱਲ ਆ ਜੇ, ਇਹ ਇਸ ਤਰ੍ਹਾਂ ਦਾ ਜੀਵਨ ਕਰੋਗੇ ਤੇ ਤੁਹਾਨੂੰ ਆਪਣੇ ਨਾਲ ਮਿਲਾ ਲਾਂਗਾ। ਹੁਣ ਇਹ ਕੰਮ ਕਰਨੇ ਤੇ ਅਸੀਂ ਨੇ ਨਾ, ਇਹ ਕਰਮ ਅੱਗੋਂ ਕਰਨਾ ਤੇ ਅਸਾਂ ਹੈ ਨਾ। ਉਹਨੇ ਸਾਨੂੰ ਦੱਸ ਦਿੱਤਾ, ਉਹ ਆਪ ਹੀ ਗੁਰੂ ਹੋ ਗਿਆ ਨਾ ਸਾਡਾ। ਉਹਨੇ ਦੱਸਿਆ ਵੀ ਗੁਰਮੁਖ ਬਣ ਜਾਓ। ਇਹ ਗੁਰਬਾਣੀ ਕਿਹਦੀ ਹੈ? ਅਕਾਲ ਪੁਰਖ ਦੀ। ਤੇ ਹੁਣ ਫਿਰ ਗੁਰੂ ਕੌਣ ਹੋਇਆ? ਇਹ ਚੀਜ਼ਾਂ ਦੱਸਣ ਵਾਲਾ ਗੁਰੂ ਹੋਇਆ ਨਾ। ਤੇ ਉਹ ਸਾਡੇ ਇਹਨਾਂ ਨੇੜੇ ਵੇ,
साढ़े अंदर ही है। असी इन्नी वॉइस पोल्यूशन फिर क्यों फैलाने हैं? वो उत्ते थल्ले हर जगह मौजूद है। आया ना उर्द अर्ध उर्द उरतार थोड़े हिरदे विच भी है, उत्ते भी है, भी थल्ले भी, भी हर जगह जिथों तक तुहाडी निगाह जाती है उत्ते थल्ले आसमान च ते यानी कि उथों तक परमात्मा वो आप है, इन्ना नेड़े वे। ਹੁਣ ਜਿੰਨਾ ਕੋਈ ਦੂਰ ਹੁੰਦਾ ਹੈ ਨਾ, ਕੋਈ ਬੰਦਾ ਖਲੋਤਾ ਤੇ ਐਡੀ ਉਨੀ ਜ਼ੋਰ ਦੀ ਉਹਨੂੰ ਆਵਾਜ਼ ਮਾਰੀ ਦੀ ਹੈ ਨਾ, ਕੂਕ ਮਾਰੀ ਦੀ ਹੁੰਦੀ ਸੀ, ਉਹ ਊ ਕਰਕੇ ਸੱਦੀ ਦਾ ਹੁੰਦਾ ਸੀ ਨਾ ਫਲਾਣਿਆਂ ਵੀ ਕੂਕ ਮਾਰਾਂਗੇ ਤੇ ਆਵਾਜ਼ ਉਦੋਂ ਤੱਕ ਅੱਪੜ ਜਾਏਗੀ। ਤੇ ਜਿਹੜਾ ਕੋਲ ਹੋਵੇ, ਹੁਣ ਸ਼ਬਦਾਂ 'ਚ ਤੇ ਇਹ ਵੀ ਲਿਖਿਆ ਹੋਇਆ ਸੀ ਇੱਕੋ ਹੀ ਦੋਵੇਂ ਇੱਕੋ ਬਿਸਤਰੇ 'ਤੇ ਸੁੱਤੇ ਆ, ਸਾਡਾ ਬੋਲ ਚਾਲ ਕੋਈ ਨਹੀਂ। ਕਿਉਂ ਨਹੀਂ ਬੋਲ ਚਾਲ? ਦੋ ਜੀਆਂ ਦਾ ਹੀ ਉਦਾਹਰਨ ਦਿੱਤੀ ਹੈ ਨਾ, ਇੱਕੋ ਬੈੱਡ 'ਤੇ ਨੇ ਦੋਵੇਂ ਜੀ, ਤੇ ਬੋਲ ਚਾਲ ਕੋਈ ਨਹੀਂ। ਕਿਉਂ? एक दूजे ने विचार नहीं रखते। उस परमात्मा वर्गे होवांगे तो बोल चाल होएगा ना। फिर तो उक्का नेड़े वे, इन्ने नेड़े वे तो बोलन की तो लोड़ ही नहीं होंगी। साह एक दूजे के साह लैन का भी एक दूजे को एहसास होंदा रहिंदा हुंदा है ना। तो जिहड़ा अंदर ही होवे, जिहड़ा साडे दिल दे विच होवे, फिर असी दिल विच जो सोचण लगे होवांगे वो तो उन्होंने भी पता लग जाएगा भी आ सोचण लगा। इत्थों तक कि जिहड़ी सोच असी सोचण लगे हाँ, वो साडे अंदर उस मालक ने आप ही पैदा करनी हुंदी है। जित जित लावे तित तित लगना। वो साडे कीते कर्मां अनुसार सानू उधर लांदा है। वो ना पुठे पासे लांदा है ते ना सीधे पासे वो लांदा है। साडे कीते कर्मां अनुसार वो सानू समझांदा भी ते भुलांदा भी है। हुण भुलाण दे परथाए पूरी गुरबाणी विच मेरे ख्याल 40-45 शब्द ने। करो उन्हां दी कथा। जिसे भुलावे आप तिसे समझावे कौन। जिन्हों मालक आप भुला दे उन्होंने फिर समझाने वाला कोई जम्या नहीं। तुसीं आखो परमात्मा ही भुलांदा, हाँ साडे कीते कर्मां अनुसार फिर सानूं उधर ही लांदा लगे रहो। तुसीं इस विष्टा च समान दी कागलो समाए रहो। हुण जेड़ी भी मेरे कोलों उस मालक ने कथा करवाई है, अपने उत्ते मैं आप कसौटी लावां। इस बाणी दी इन्हां शब्दां दी कि मैं ये सारे कुछ नूं फॉलो करना, कि ये सारे कुछ नूं मैं अपना लिया, अपनाना। जे ये कसौटी या तुहाडी अंतर आत्मा, वैसे जो साडा असली स्वरूप है, असी शरीर नहीं हाँ। मैं बार बार ये गल आना पिया, वो साडे उत्ते अपने आप उत्ते आप मोहर ला ले कि मैं सिख हाँ, तां ही मैं सिख। और पूरी दृढ़ता नाल पूछा जाए, जिवें मैं पिछे वो कथा की है ना, अपने आप को पूरी तरह झिड़क के पूछा जाए कि हाँ मैं सिख ही। ढिले मूँह नाल पूछिए ना भाई मैं सिख ही हाँ, वो अंदरों ही आवाज़ आती सिख ही हाँ यार, हद हो गई। सारे काम है सिखां वाले कर्मकांड करना जिहड़े करने चाहिए ने, सारे मैं करना पे। फिर असी सिख अखवान वाले होवांगे, सिख नहीं होवांगे। जे साडा गुरबाणी अनुसार जीवन नहीं, फिर सिख अखवान वाले। हाँ एक वादा जरूर है भी घट तो घट असी अपने आप को समझते सिख हाँ। चलो इन्ना को वादा तो है, शायद उस मालक की मेहर हो जाए, साढ़े को इवें काम करा दे तो असी सिख बन भी जाइए। लाओ खां कसौटी अपने आप तो कि इन्ना रौला रप्पा ठीक है।
ਕੀ ਲੋਕਾਂ ਦੀਆਂ ਬੇਚੈਨੀ ਵਧਾਉਂਦੇ ਆ ਨਾ ਅਸੀਂ ਇਹਨਾਂ ਰੌਲਾ ਪਾ ਕੇ। ਇਹ ਠੀਕ? ਅਸੀਂ ਗੁਰਮੁਖ ਬਣੇ ਆ, ਅਸੀਂ ਆਪਣੇ ਅੰਦਰ ਦਿਲ ਵਿੱਚ ਪਰਮਾਤਮਾ ਨੂੰ ਵਸਾਇਆ, ਕਦੀ ਵੇਖਿਆ ਉਹਨੂੰ? ਕਿ ਅਸੀਂ ਉੱਤੇ ਥੱਲੇ ਹੇਠਾਂ ਸਭ ਚਵਾਂ 10 ਦਿਸ਼ਾਵਾਂ ਵਿੱਚ ਉਸ ਪਰਮਾਤਮਾ ਨੂੰ ਵੇਖਿਆ? ਕਿ ਪੱਤੇ ਪੱਤੇ ਵਿੱਚ ਵੇਖਿਆ? ਇਹਨਾਂ ਹੀ ਸ਼ਬਦਾਂ ਨਾਲ ਜੇ ਕੋਈ ਗਲਤੀ ਹੋ ਗਈ ਹੋਵੇ ਤੇ ਕਿ क्षमा ਦਾ याचक ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।